ਮੇਰਾ ਵਿਆਹ ਜਿਸ ਘਰ ਵਿੱਚ ਹੋਇਆ, ਉਸ ਘਰ ਵਿੱਚ ਮੇਰੀ ਜੇਠਾਣੀ, ਸੱਸ-ਸਹੁਰਾ, ਮੇਰੀ ਨਣਦ ਤੇ ਮੇਰਾ ਘਰਵਾਲਾ ਰਹਿੰਦੇ ਸਨ। ਮੇਰੇ ਜੇਠ ਦੀ ਮੇਰੇ ਵਿਆਹ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ। ਉਹਨਾਂ ਦੇ ਕੋਈ ਬੱਚਾ ਨਹੀਂ ਸੀ। ਮੇਰੇ ਵਿਆਹ ਨੂੰ 4 ਸਾਲ ਹੋ ਗਏ ਸਨ, ਪਰ ਬੱਚਾ ਨਹੀਂ ਹੋਇਆ। ਮੇਰੀ ਨਣਦ ਅੱਜ ਫੇਰ ਬੇਹੋਸ਼ ਹੋ ਗਈ। ਜਦੋਂ ਡਾਕਟਰ ਆਇਆ ਤਾਂ ਉਹਨੇ ਦੱਸਿਆ, ਮੇਰੀ ਨਣਦ ਪ੍ਰੈਗਨੈਂਟ ਹੈ। ਮੈਂ ਤੇ ਮੇਰੀ ਜੇਠਾਣੀ ਬਹੁਤ ਹੈਰਾਨ ਹੋਏ, ਕਿਉਂਕਿ ਮੇਰੀ ਨਣਦ ਦਾ ਘਰਵਾਲਾ ਦੁਬਈ ਸੀ। ਫਿਰ ਉਹ ਕਿੱਦਾਂ ਪ੍ਰੈਗਨੈਂਟ ਹੋ ਗਈ? ਉਸ ਨੂੰ ਗਏ 2 ਸਾਲ ਹੋ ਗਏ ਸੀ। ਘਰ ਵਿੱਚ ਕਿਸੇ ਨੇ ਵੀ ਉਸ ਨੂੰ ਸਵਾਲ ਨਹੀਂ ਕੀਤਾ। ਮੇਰੀ ਸੱਸ ਉਸ ਦੀ ਸੇਵਾ ਵਿੱਚ ਲੱਗ ਗਈ। ਮੈਂ ਬਹੁਤ ਹੈਰਾਨ ਸੀ। ਮੈਨੂੰ ਗੁੱਸਾ ਵੀ ਆ ਰਿਹਾ ਸੀ ਕਿ ਮੈਨੂੰ ਕੋਈ ਬੱਚਾ ਨਹੀਂ ਹੋ ਰਿਹਾ ਤੇ ਇਸ ਨੂੰ ਬਿਨਾਂ ਘਰਵਾਲੇ ਦੇ ਬੱਚਾ ਕਿਵੇਂ ਹੋ ਗਿਆ। ਮੇਰਾ ਧਿਆਨ ਸਾਰਾ ਦਿਨ ਮੇਰੀ ਨਣਦ 'ਤੇ ਹੀ ਰਹਿੰਦਾ। ਮੈਂ ਆਪਣੇ ਘਰਵਾਲੇ ਨੂੰ ਪੁੱਛਣਾ ਚਾਹੁੰਦੀ ਸੀ ਕਿ ਤੁਹਾਨੂੰ ਇਹ ਕਿੱਦਾਂ ਲੱਗਦੀ ਹੈ ਗੱਲ। ਤਾਂ ਮੈਂ ਹਿੰਮਤ ਕਰਕੇ ਇੱਕ ਦਿਨ ਸ਼ਾਮ ਨੂੰ ਜਦੋਂ ਮੇਰਾ ਘਰਵਾਲਾ ਘਰ ਆਇਆ ਤਾਂ ਮੈਂ ਉਸਨੂੰ ਗੱਲਾਂ ਵਿੱਚ ਲਾ ਕੇ ਕਿਹਾ ਕਿ ਤੁਸੀਂ ਮਾਮਾ ਜੀ ਬਣਨ ਵਾਲੇ ਹੋ। ਮੈਨੂੰ ਤਾਂ ਇਹ ਸੀ ਕਿ ਉਹ ਹੈਰਾਨ ਹੋ ਜਾਣਗੇ, ਪਰ ਉਹਨਾਂ ਨੇ ਕੁਝ ਨਾ ਕਿਹਾ। ਮੈਂ ਬਹੁਤ ਹੈਰਾਨ ਸੀ ਕਿ ਕਿੱਦਾਂ ਕੋਈ ਪਰਿਵਾਰ ਵਿੱਚ ਇੱਦਾਂ ਦੀ ਗੱਲ ਦਾ ਕੋਈ ਅਸਰ ਨਹੀਂ, ਸਗੋਂ ਉਹਨਾਂ ਨੇ ਕਿਹਾ ਸਭ ਠੀਕ ਕਰੇ ਪਰਮਾਤਮਾ। ਮੈਂ ਚੁੱਪ ਹੋ ਗਈ ਤੇ ਹੈਰਾਨ ਵੀ। ਇੱਕ ਦਿਨ ਰਾਤ ਨੂੰ ਪਾਣੀ ਪੀਣ ਲਈ ਰਸੋਈ ਵਿੱਚ ਆਈ ਤਾਂ ਮੇਰੀ ਨਣਦ ਰਸੋਈ ਵਿੱਚੋਂ ਫਿਟਕਰੀ ਲੈ ਕੇ ਚਲੀ ਗਈ। ਮੈਂ ਦੇਖ ਰਹੀ ਸੀ ਕਿ ਆਖਰ ਇਹ ਫਿਟਕੜੀ ਕੀ ਕਰਦੀ ਹੈ। ਮੈਨੂੰ ਸਮਝ ਨਹੀਂ ਆਈ ਕਿ ਇਹ ਸਭ ਅਖੀਰ ਹੈ ਕੀ। ਮੈਂ ਉਸ ਦੇ ਪਿੱਛੇ ਜਾ ਕੇ ਵੇਖਿਆ ਤਾਂ ਉਹ ਇਸ ਨੂੰ ਆਪਣੇ ਸਰੀਰ ਦੇ ਕਿਸੇ ਹਿੱਸੇ ਵਿੱਚ ਲਗਾ ਰਹੀ ਸੀ। ਮੈਂ ਦਬੇ ਪੈਰ ਵਾਪਸ ਆ ਗਈ। ਆਪਣੇ ਕਮਰੇ ਵਿੱਚ ਆ ਕੇ ਬੈੱਡ 'ਤੇ ਪਈ ਸੋਚ ਰਹੀ ਸੀ ਕਿ ਮੈਂ ਇਹ ਸਭ ਪਤਾ ਕਰਕੇ ਰਹਿਣਾ। ਮੈਂ ਅਗਲੀ ਸਵੇਰ ਆਪਣੀ ਨਣਦ ਦੇ ਕਮਰੇ ਵਿੱਚ ਗਈ ਤਾਂ ਉਸ ਦੀ ਅਲਮਾਰੀ ਖੋਲ੍ਹੀ। ਕੀ ਪਤਾ ਕੁਝ ਪਤਾ ਚੱਲੇ। ਉੱਥੇ ਜੋ ਮੈਂ ਦੇਖਿਆ, ਮੇਰੇ ਹੋਸ਼ ਉੱਡ ਗਏ। ਅਲਮਾਰੀ ਵਿੱਚ ਮੇਰੇ ਘਰਵਾਲੇ ਦੇ 2 ਸੂਟ ਪਏ ਸੀ ਜੋ ਮੈਂ ਹੀ ਧੋਏ ਸੀ, ਪਰ ਆਖਿਰ ਉਹ ਸੂਟ ਉੱਥੇ ਕੀ ਕਰਦੇ ਸੀ? ਮੈਨੂੰ ਤਾਂ ਸੋਚ ਕੇ ਘਬਰਾਹਟ ਹੋਣ ਲੱਗ ਪਈ। ਮੇਰੇ ਦਿਮਾਗ ਵਿੱਚ ਪਤਾ ਨਹੀਂ ਕੀ ਉਲਟਾ ਸਿੱਧਾ ਚੱਲਦਾ ਸੀ। ਕੁਝ ਸਮਝ ਨਹੀਂ ਆਇਆ। ਮੈਂ ਚੁੱਪ ਸੀ ਤੇ ਪਰੇਸ਼ਾਨ ਵੀ ਸੀ, ਪਰ ਫਿਰ ਮੈਂ ਸੋਚਿਆ ਕਿ ਇੱਦਾਂ ਕਿੱਦਾਂ ਹੋ ਸਕਦਾ ਹੈ, ਇਹ ਮੇਰਾ ਵਹਿਮ ਹੈ। ਫਿਰ ਮੈਂ ਆਪਣੀ ਨਣਦ ਨੂੰ ਪੁੱਛਿਆ ਕਿ ਤੂੰ ਫਿਟਕਰੀ ਦਾ ਕੀ ਕਰਦੀ ਹੈ? ਤਾਂ ਉਸਨੇ ਕਿਹਾ, ਭਾਬੀ, ਮੇਰੇ ਸਰੀਰ 'ਤੇ ਐਲਰਜੀ ਹੋਣ ਕਰਕੇ ਡਾਕਟਰ ਨੇ ਕਿਹਾ ਹੈ ਤੁਸੀਂ ਫਿਟਕਰੀ ਦੀ ਟਕੋਰ ਕਰੋ, ਇਸ ਕਰਕੇ ਮੈਂ ਇਸ ਦਾ ਇਸਤੇਮਾਲ ਕਰਦੀ ਹਾਂ। ਮੈਂ ਕਿਹਾ ਠੀਕ ਹੈ, ਪਰ ਉਸ 'ਤੇ ਪ੍ਰੈਗਨੈਂਟ ਵਾਲੀ ਗੱਲ ਤਾਂ ਵਿੱਚ ਹੀ ਸੀ ਜੋ ਕਿ ਮੈਂ ਪਤਾ ਕਰਕੇ ਰਹਿਣਾ ਸੀ। ਜਦੋਂ ਵੀ ਮੈਂ ਆਪਣੀ ਜੇਠਾਣੀ ਨਾਲ ਗੱਲ ਕਰਦੀ ਤਾਂ ਮੈਨੂੰ ਕਹਿ ਦਿੰਦੀ ਕਿ ਛੱਡ, ਤੂੰ ਕੀ ਲੈਣਾ। ਮੈਨੂੰ ਅੱਜ ਤੱਕ ਆਪ ਕੁਝ ਸਮਝ ਨਹੀਂ ਆਇਆ। ਮੇਰੀ ਸੱਸ ਸਾਰਾ ਦਿਨ ਮੇਰੀ ਨਣਦ ਦੀ ਸੇਵਾ ਵਿੱਚ ਲੱਗੀ ਰਹਿੰਦੀ। ਇਹ ਨਹੀਂ ਸੀ ਕਿ ਉਹ ਸਾਨੂੰ ਕੁਝ ਕਹਿੰਦੇ ਨਹੀਂ ਸੀ, ਪਰ ਮੈਨੂੰ ਹੈਰਾਨੀ ਸੀ ਕਿ ਮੇਰੀ ਨਣਦ ਪ੍ਰੈਗਨੈਂਟ ਹੈ ਤੇ ਉਸ ਦਾ ਘਰਵਾਲਾ ਪਿਛਲੇ 2 ਸਾਲਾਂ ਤੋਂ ਦੁਬਈ ਹੈ। ਫਿਰ ਬੱਚਾ ਕਿਸ ਦਾ ਹੈ? ਮੇਰਾ ਧਿਆਨ ਸਾਰਾ ਦਿਨ ਇਸ ਵਿੱਚ ਹੀ ਰਹਿੰਦਾ। ਮੇਰਾ ਸੋਹਣਾ ਬਹੁਤ ਜ਼ਿਆਦਾ ਭੋਲਾ ਸੀ। ਉਹ ਕਿਸੇ ਗੱਲ ਵਿੱਚ ਜ਼ਿਆਦਾ ਨਹੀਂ ਸੀ ਬੋਲਦਾ। ਇੱਕ ਦਿਨ ਮੈਨੂੰ ਨੀਂਦ ਆ ਰਹੀ ਸੀ ਤੇ ਬੇਚੈਨੀ ਜਿਹੀ ਲੱਗੀ ਸੀ। ਮੈਂ ਆਪਣੇ ਕਮਰੇ ਵਿੱਚੋਂ ਉੱਠ ਕੇ ਬਾਹਰ ਆ ਗਈ ਤੇ ਹਾਲ ਵਿੱਚ ਬੈਠ ਗਈ। ਮੈਨੂੰ ਮੇਰੀ ਨਣਦ ਦੇ ਕਮਰੇ ਵਿੱਚ ਸਾਇਆ ਨਜ਼ਰ ਆਇਆ ਤੇ ਮੈਂ ਡਰ ਗਈ ਕਿ ਇਹ ਕੌਣ ਹੈ। ਸਾਰੇ ਸੋ ਰਹੇ ਸੀ। ਮੈਂ ਆਪਣੇ ਕਮਰੇ ਵਿੱਚ ਵੇਖਿਆ, ਮੇਰਾ ਘਰਵਾਲਾ ਵੀ ਸੋ ਰਿਹਾ ਸੀ। ਮੈਂ ਹਿੰਮਤ ਕਰਕੇ ਆਪਣੀ ਨਣਦ ਦਾ ਦਰਵਾਜ਼ਾ ਖੜਕਾਇਆ। ਕਾਫੀ ਦੇਰ ਬਾਅਦ ਉਸਨੇ ਦਰਵਾਜ਼ਾ ਖੋਲ੍ਹਿਆ। ਸਾਰੇ ਘਰ ਦੇ ਉੱਥੇ ਇਕੱਠੇ ਹੋ ਗਏ। ਸਾਰੇ ਮੈਂਬਰ ਉੱਥੇ ਇਕੱਠੇ ਹੋ ਗਏ। ਇਹ ਕੀ, ਸਾਡੇ ਸਾਹਮਣੇ ਜੋ ਮੁੰਡਾ ਸਿਰ ਨੀਵਾਂ ਕਰਕੇ ਖੜਾ ਸੀ, ਉਹ ਤਾਂ ਮੇਰੀ ਨਣਦ ਦਾ ਘਰਵਾਲਾ ਸੀ। ਮੈਂ ਤੇ ਮੇਰੀ ਜੇਠਾਣੀ ਦੋਨੋਂ ਜ਼ਿਆਦਾ ਹੈਰਾਨ ਸੀ। ਬਾਕੀ ਪਰਿਵਾਰ ਦੇ ਮੈਂਬਰ ਕੋਈ ਹੈਰਾਨ ਨਹੀਂ ਲੱਗੇ। ਮੈਂ ਇੱਕਦਮ ਬੋਲ ਪਈ ਕਿ ਤੁਸੀਂ ਤਾਂ ਦੁਬਈ ਸੀ, ਫਿਰ ਕਦੋਂ ਆਏ ਤੇ ਇੱਥੇ ਅੰਦਰ ਕਦੋਂ ਆਏ? ਉਹ ਚੁੱਪ ਸੀ। ਫਿਰ ਮੇਰੇ ਘਰਵਾਲੇ ਨੇ ਕਿਹਾ ਕਿ ਜੀਜਾ ਜੀ ਦੀ ਕਿਸੇ ਨਾਲ ਲੜਾਈ ਹੋਈ ਸੀ। ਉਹਨਾਂ ਝੂਠੇ ਕਤਲ ਕੇਸ ਵਿੱਚ ਇਹਨਾਂ ਨੂੰ ਫਸਾਇਆ ਹੈ, ਇਸ ਲਈ ਸਭ ਨੂੰ ਇਹੀ ਕਿਹਾ ਕਿ ਉਹ ਦੁਬਈ ਚਲੇ ਗਏ। ਤੁਹਾਨੂੰ ਵੀ ਸੱਚ ਨਹੀਂ ਦੱਸਿਆ, ਜਦੋਂ ਕਿ ਜੀਜਾ ਜੀ ਇੰਡੀਆ ਵਿੱਚ ਹੀ ਸੀ ਤੇ ਮੇਰੀ ਭੈਣ ਨੂੰ ਰੋਜ਼ ਮਿਲਣ ਆਉਂਦੇ ਸਨ। ਮੇਰੇ ਜੋ ਕੱਪੜੇ ਤੈਨੂੰ ਇੱਥੋਂ ਮਿਲੇ ਉਹ ਵੀ ਜੀਜਾ ਵੀ ਪਾਉਂਦੇ ਹਨ। ਮੈਂ ਇਹ ਸੁਣ ਕੇ ਹੈਰਾਨ ਹੋ ਗਈ ਤੇ ਮੈਨੂੰ ਸ਼ਰਮ ਵੀ ਆ ਰਹੀ ਸੀ ਕਿ ਮੈਂ ਆਪਣੀ ਨਣਦ ਬਾਰੇ ਕਿੰਨਾ ਗਲਤ ਸੋਚਿਆ। ਮੈਂ ਉਸਨੂੰ ਆਪਣੇ ਗਲ ਨਾਲ ਲਾ ਲਿਆ ਤੇ ਮਾਫ਼ੀ ਮੰਗੀ ਤੇ ਕੁਝ ਦਿਨ ਇੱਦਾਂ ਹੀ ਬੀਤ ਗਏ। ਮੇਰੀ ਨਣਦ ਦਾ ਘਰਵਾਲਾ ਬੇਕਸੂਰ ਸਾਬਤ ਹੋ ਗਿਆ ਤੇ ਉਹ ਆਪਣੇ ਘਰ ਖੁਸ਼ੀ-ਖੁਸ਼ੀ ਚਲੇ ਗਏ। ਤੇ ਹਾਂਜੀ ਦੋਸਤੋ, ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ? ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਣੀ ਹੈ।
ਜੇਕਰ ਕਹਾਣੀ ਚੰਗੀ ਲੱਗੀ ਤਾਂ ਪਲੀਜ਼ ਕਹਾਣੀ ਨੂੰ ਲਾਈਕ ਜ਼ਰੂਰ ਕਰੋ ਜੀ। ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ, ਪੇਂਡੂ ਵਿਰਸਾ ਕਹਾਣੀਆਂ ਨੂੰ ਸਪੋਰਟ ਕਰੋ। ਆਪਾਂ ਫਿਰ ਮਿਲਾਂਗੇ ਜੀ ਇੱਕ ਸੋਹਣੀ ਜਿਹੀ ਕਹਾਣੀ ਨਾਲ। ਤਦ ਤੱਕ ਤੁਸੀਂ ਆਪਣਾ ਅਤੇ ਆਪਣੇ ਘਰਦਿਆਂ ਦਾ ਧਿਆਨ ਰੱਖੋ। ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ।